ਸਵਾਗਤ ਨਿੱਘਾ ਜੀ ਆਇਆਂ ਨੂੰ ਉਮਰਾਂ ਦੇ ਪੈਂਡੇ ਡੀਡੀ ਪੰਜਾਬੀ ਦਾ ਬਹੁਤ ਹੀ ਖਾਸ ਪ੍ਰੋਗਰਾਮ। ਮੈਂ ਕਮਲਪ੍ਰੀਤ ਕੌਰ। ਕਹਿੰਦੇ ਨੇ ਕਿ ਉਮਰਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਿਆ ਜਾਂਦਾ ਹੈ। ਇਹ ਸਿੱਖਣ ਸਿਖਾਉਣ ਦੀ ਕਲਾ ਦੇ ਵਿੱਚ ਜ਼ਿੰਦਗੀ ਬਹੁਤ ਸੋਹਣੀ ਲੱਗਦੀ ਹੈ। ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਇਨਸਾਨ ਸਾਨੂੰ ਮਿਲਦੇ ਨੇ, ਬਹੁਤ ਮਾੜੇ ਇਨਸਾਨ ਵੀ ਮਿਲਦੇ ਨੇ। ਅਸੀਂ ਹਮੇਸ਼ਾ ਉਹਨਾਂ ਤੋਂ ਸਿੱਖਦੇ ਹੋਇਆ ਅੱਗੇ ਵਧਦੇ ਹਾਂ। ਜ਼ਿੰਦਗੀ ਬਹੁਤ ਖੂਬਸੂਰਤ ਲੱਗਦੀ ਹੈ ਇਹਨਾਂ ਸਿੱਖਣ ਸਿਖਾਉਣ ਦੀ ਕਲਾ ਦੇ ਵਿੱਚ। ਔਰ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵੀ ਸਿੱਖਣਾ ਹੈ ਉਸ ਸ਼ਖਸੀਅਤ ਤੋਂ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿਖਾਇਆ ਹੋਇਆ ਹੈ। ਕਦੇ ਕਿਤਾਬਾਂ ਦੇ ਵਿੱਚੋਂ ਸਿੱਖ ਕੇ ਸਿਖਾ ਕੇ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਉਹਨਾਂ ਰਾਹਾਂ ਉੱਤੇ ਪਾਇਆ ਜਿੱਥੇ ਉਹ ਕਾਮਯਾਬ ਹੋਏ ਨੇ। ਸੋ ਨਿੱਘਾ ਜੀ ਆਇਆਂ ਨੂੰ ਆਖਦੇ ਹਾਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਨੀਲਮ ਜੁਲਕਾ ਜੀ ਨੂੰ। ਸਵਾਗਤ ਮੈਮ, ਵੈਲਕਮ। ਧੰਨਵਾਦ ਜੀ। ਨੀਲਮ ਜੁਲਕਾ ਜੀ ਦੇ ਬਾਰੇ ਜੇ ਦੱਸ ਦਈਏ ਤਾਂ ਬਹੁਤ ਇੱਕ ਖਾਸ ਸ਼ਖਸੀਅਤ ਜਿਹੜੇ ਕਿ ਇੱਕ ਅਧਿਆਪਕ ਰਹੇ ਨੇ ਔਰ ਹੈੱਡ ਆਫ ਦੀ ਡਿਪਾਰਟਮੈਂਟ ਹਿੰਦੀ ਡਿਪਾਰਟਮੈਂਟ ਦੇ ਵਿੱਚੋਂ ਰਿਟਾਇਰਡ ਹੋਏ ਨੇ ਔਰ ਬਹੁਤ ਸਾਰੇ ਮਾਨ सम्मान ਹਾਸਿਲ ਕੀਤੇ ਹੋਏ ਨੇ। ਉੱਘੇ ਲੇਖਕ ਨੇ ਔਰ ਆਪਣੇ ਕਾਵ ਸੰਗ੍ਰਹਿ ਦੇ ਕਰਕੇ ਜਾਣੇ ਜਾਂਦੇ ਨੇ। ਟੀਵੀ ਉੱਤੇ ਰੇਡੀਓ ਉੱਤੇ ਹਮੇਸ਼ਾ ਇਹਨਾਂ ਦੀਆਂ ਅਸੀਂ ਕਵਿਤਾਵਾਂ ਨੂੰ ਜਦੋਂ ਸੁਣਦੇ ਹਾਂ ਤਾਂ ਦਿਲ ਖੁਸ਼ੀ ਦੇ ਨਾਲ ਝੂਮ ਉੱਠਦਾ ਹੈ। ਬਹੁਤ ਸਾਰੇ ਮਾਨ ਸਨਮਾਨਾਂ ਦੇ ਨਾਲ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਬਖੂਬੀ ਤਰੀਕੇ ਦੇ ਨਾਲ ਨਿਭਾਇਆ ਹੈ। ਇੱਕ ਚੰਗੇ ਨਾਗਰਿਕ ਹੋਣ ਦੇ ਨਾਲ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸਮਾਜਿਕ ਕੰਮ ਕੀਤੇ ਨੇ ਜਿਨ੍ਹਾਂ ਦੇ ਵਿੱਚ ਉਹ ਅੱਜ ਇੱਕ ਖਾਸ ਸ਼ਖਸੀਅਤ ਦੇ ਤੌਰ 'ਤੇ ਜਾਣੇ ਜਾਂਦੇ ਨੇ। ਸੋ ਮੈਮ, ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਪੂਰੀ ਲਾਈਫ ਐਕਸਪੀਰੀਅੰਸ ਦੇ ਬਾਰੇ ਜਾਣਨਾ ਹੈ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਤੁਹਾਡੇ ਪਿਛੋਕੜ ਬਾਰੇ, ਬੈਕਗਰਾਉਂਡ ਬਾਰੇ। ਕਿੱਥੇ ਜਨਮ ਹੋਇਆ, ਮਾਂ-ਬਾਪ ਕੌਣ ਨੇ? ਹਾਂਜੀ ਕਮਲਪ੍ਰੀਤ ਜੀ ਪਿਛੋਕੜ ਦੇ ਬਾਰੇ ਦੱਸਦੇ ਹੋਏ ਮੈਨੂੰ ਇਹ ਬਹੁਤ ਮਾਣ ਹੁੰਦਾ ਹੈ ਕਿ ਮੇਰਾ ਜਨਮ ਅੰਮ੍ਰਿਤਸਰ ਦੇ ਵਿੱਚ ਹੋਇਆ ਤੇ ਇੱਕ ਇਹੋ ਜਿਹੇ ਪਰਿਵਾਰ ਦੇ ਵਿੱਚ ਹੋਇਆ ਜਿਹੜਾ ਆਪਣੇ ਜੀਵਨ ਵਿੱਚ ਤੇ ਬੱਚਿਆਂ ਦੇ ਜੀਵਨ ਵਿੱਚ ਸੱਭਿਆਚਾਰ ਨੂੰ ਵਿਵਹਾਰਿਕ ਰੂਪ ਨੂੰ ਦੇਣ ਲਈ ਉਹ ਪੂਰੀ ਤਰ੍ਹਾਂ ਸਫਲ ਹੋਇਆ। ਕਿਉਂਕਿ ਸਾਡਾ ਜਿਹੜਾ ਜਨਮ ਹੈ ਉਹ ਇੱਕ ਮੱਧਮ ਪਰਿਵਾਰ ਦੇ ਵਿੱਚ ਹੋਇਆ ਜਿਹਦੇ ਵਿੱਚ ਸਾਡੇ ਪਿਤਾ ਜੀ ਤੇ ਸ਼ਿਕਸ਼ਿਤ ਸਨ, ਉਹ ਨੌਕਰੀ ਕਰਦੇ ਸਨ। ਲੇਕਿਨ ਸਾਡੀ ਮਾਤਾ ਜੀ ਬਹੁਤ ਜ਼ਿਆਦਾ ਨਹੀਂ ਪੜ੍ਹੇ ਹੋਏ ਸਨ, ਲੇਕਿਨ ਉਹ ਸਾਡੇ ਸੱਭਿਆਚਾਰ ਨਾਲ ਜੁੜੇ ਹੋਏ, ਜਿਸ ਤਰ੍ਹਾਂ ਸਾਡੀ ਪਵਿੱਤਰ ਗੁਰਬਾਣੀ ਜੀ ਹੈ, ਰਮਾਇਣ ਹੈ ਜਾਂ ਗੀਤਾ ਹੈ, ਉਹਨਾਂ ਦੇ ਸਾਰੇ ਦੋਹੇ, ਉਹਨਾਂ ਦੇ ਸਾਰੇ ਸ਼ਲੋਕ ਉਹਨਾਂ ਨੂੰ ਕੰਠਸਥ ਹੁੰਦੇ ਸੀਗੇ ਜੀ। ਔਰ ਉਹ ਸਾਨੂੰ ਉਹਨਾਂ ਦੋਹਾਂ ਦੇ ਉੱਪਰ ਹੀ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਸ਼ੁਰੂ ਤੋਂ ਹੀ ਦਿੰਦੇ ਰਹੇ ਨੇ। ਔਰ ਇਸ ਕਰਕੇ ਚਾਹੇ ਉਹ ਆਪ ਬਹੁਤ ਸ਼ਿਕਸ਼ਿਤ ਨਹੀਂ ਸੀ, ਪਰ ਉਹਨਾਂ ਦੀ ਜਿਹੜੀ ਸਾਦਗੀ, ਸਾਦਾ ਜੀਵਨ, ਉੱਚ ਵਿਚਾਰ, ਉਹ ਸਾਡੇ ਵਿਅਕਤਿਤਵ ਦਾ ਇੱਕ ਮੂਲ ਆਧਾਰ ਹੈ ਜਿਹਦੇ ਕਰਕੇ ਅਸੀਂ ਅੱਜ ਵੀ ਬਹੁਤ ਚੰਗਾ ਜੀਵਨ ਜਿਉ ਰਹੇ ਹਾਂ। ਤੇ ਜਿੱਥੋਂ ਤੱਕ ਸਿੱਖਿਆ ਦਾ ਸਵਾਲ ਹੈ, ਅੰਮ੍ਰਿਤਸਰ ਤੋਂ ਹੀ ਕੀਤੀ। ਫਿਰ ਵਿੱਚੋਂ ਦੇਹਰਾਦੂਨ ਵੀ ਥੋੜ੍ਹੀ ਦੇਰ ਤੱਕ ਸਾਨੂੰ ਪੜ੍ਹਨ ਦਾ ਮੌਕਾ ਮਿਲਿਆ। ਫਿਰ ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਔਰ ਐਮਫਿਲ ਕਰਨ ਲਈ ਫਿਰ ਸਾਨੂੰ ਮਹਰਸ਼ੀ ਦਇਆਨੰਦ ਯੂਨੀਵਰਸਿਟੀ ਜਾਣਾ ਪਿਆ ਕਿਉਂਕਿ ਇੱਥੇ ਐਮਫਿਲ ਤਾਂ ਸ਼ੁਰੂ ਨਹੀਂ ਸੀ ਹੋਈ। ਤੇ ਫਿਰ ਉਸ ਤੋਂ ਬਾਅਦ PhD ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ। ਬਚਪਨ ਦੇ ਵਿੱਚ ਬਹੁਤ ਖੁਆਇਸ਼ਾਂ ਹੁੰਦੀਆਂ ਨੇ। ਬਚਪਨ 'ਚ ਅਸੀਂ ਸੁਪਨੇ ਬਣਾ ਲੈਂਦੇ ਹਾਂ, ਸੋਚ ਲੈਂਦੇ ਹਾਂ ਅਸੀਂ ਇਹ ਵੱਡੇ ਹੋ ਕੇ ਬਣਾਂਗੇ, ਕਰਾਂਗੇ। ਛੋਟੇ ਹੁੰਦੇ ਸੁਪਨਾ ਸੀ ਕਿ ਟੀਚਿੰਗ ਲਾਈਨ 'ਚ ਆਉਣਾ ਹੈ ਔਰ ਬੱਚਿਆਂ ਨੂੰ ਪੜ੍ਹਾਉਣਾ ਹੈ, ਹੱਥ ਦੇ ਵਿੱਚ ਕਲਮ ਹੋਣੀ ਹੈ ਔਰ ਕਵਿਤਾ ਲਿਖਣ ਦਾ ਜਾਂ ਵੱਖ ਜਿਹੜੇ ਅਸੀਂ ਵੰਨਗੀਆਂ ਲੱਭਦੇ ਹੈਗੇ ਹਾਂ ਲੇਖਿਕਾ ਦੇ ਤੌਰ 'ਤੇ, ਤੁਹਾਨੂੰ ਅਸੀਂ ਪੜ੍ਹਦੇ ਹਾਂ, ਉਹ ਲਿਖਣ ਦਾ ਸ਼ੌਂਕ ਕਿਵੇਂ ਹੋਇਆ? ਇੱਕ ਮੈਂ ਸੁਪਨਾ ਲੈ ਲਿਆ ਸੀ ਕਿ ਮੈਂ ਸ਼ਿਕਸ਼ਿਕਾ ਹੀ ਬਣਨਾ ਹੈਗਾ, ਮੈਂ ਪੜ੍ਹਾਉਣਾ ਹੈ, ਮੈਂ ਸਮਾਜ ਦੇ ਬੱਚਿਆਂ ਨੂੰ ਆਪਣੀ ਸਿੱਖਿਆ ਦੇ ਨਾਲ ਇੱਕ ਰਾਹ ਦੇਣੀ ਹੈਗੀ ਹੈ ਤੇ ਆਪ ਵੀ ਬਹੁਤ ਕੁਝ ਸਿੱਖਣਾ ਜੀ। ਤੇ ਇਸ ਕਰਕੇ ਅਸੀਂ ਜਦੋਂ ਘਰ ਵਿੱਚ ਖੇਡਦੇ ਸੀ, ਭੈਣ ਭਰਾ ਖੇਡਦੇ ਸੀ ਜਾਂ ਸਹੇਲੀਆਂ ਨਾਲ ਖੇਡਦੇ ਸੀ, ਤੇ ਮੈਂ ਹਮੇਸ਼ਾ ਅਕਸਰ ਹੀ ਸ਼ਿਕਸ਼ਿਕਾ ਬਣਦੀ ਹੁੰਦੀ ਸੀ, ਮੈਂ ਟੀਚਰ ਹੀ ਬਣਦੀ ਹੁੰਦੀ ਸੀਗੀ। ਔਰ ਉਸੇ ਵੇਲੇ ਮੈਂ ਸੋਚਿਆ ਸੀਗਾ ਕਿ ਮੈਂ ਆਪਣੀ ਲਾਈਫ ਵਿੱਚ ਟੀਚਰ ਹੀ ਬਣਨਾ ਹੈਗਾ। ਤੁਹਾਡੇ ਤੋਂ ਜਾਣਨਾ ਚਾਹਾਂਗੀ ਮੈਂ ਇਹ ਵੀ ਕਿ ਲਿਖਣ ਦਾ ਸ਼ੌਂਕ ਜਿਹੜਾ ਸੀ ਤੁਹਾਨੂੰ ਕਦੋਂ ਪੈਦਾ ਹੋਇਆ, ਕਦੋਂ ਤੋਂ ਸ਼ੁਰੂਆਤ ਹੋ ਗਈ ਇਸ ਲਿਖਣ ਦੀ? ਦੇਖੋ, ਸਕੂਲ ਤੋਂ ਹੀ ਮੈਨੂੰ ਇਹ ਸ਼ੁਰੂਆਤ, ਮਤਲਬ ਲਿਖਣ ਦੀ ਚਾਹ ਤੇ ਪਹਿਲੇ ਵੀ ਸੀਗੀ,
ਪਰ ਜਿਸ ਤਰ੍ਹਾਂ ਹੁੰਦਾ ਹੈ ਕਿ ਸਵੈ ਰਚਿਤ ਕਵਿਤਾ ਲਿਖਣ ਦਾ ਮੌਕਾ ਮਤਲਬ ਸਕੂਲ ਤੋਂ ਹੀ ਮੈਨੂੰ ਮਿਲ ਗਿਆ ਸੀਗਾ ਜੀ। ਕਿਉਂਕਿ ਸਕੂਲ ਦੇ ਜਿਹੜੀ ਸਾਡੀਆਂ ਸੱਭਿਆਚਾਰਕ ਗਤੀਵਿਧੀਆਂ ਹੁੰਦੀਆਂ ਸੀਗੀਆਂ ਉਹਦੇ 'ਚ ਮੈਂ ਪਾਰਟਿਸਿਪੇਟ ਕਰਦੀ ਸੀਗੀ। ਇੱਕ ਵਾਰੀ ਜਦੋਂ ਇਹ ਪ੍ਰਤੀਯੋਗਿਤਾ ਹੁੰਦੀ ਸੀਗੀ ਜੀ। ਤੇ ਇੱਕ ਉਹਨਾਂ ਨੇ ਸਾਡੀ ਮੈਡਮ ਨੇ ਅਨਾਉਂਸ ਕੀਤਾ ਕਿ ਇਸ ਪ੍ਰਤੀਯੋਗਿਤਾ ਵਿੱਚ ਅਸੀਂ ਉਹਨੂੰ ਜ਼ਿਆਦਾ ਮਹੱਤਤਾ ਦੇਵਾਂਗੇ ਜਿਹਦੀ ਕਵਿਤਾ ਸਵੈ ਰਚਿਤ ਹੋਏਗੀ। ਅੱਛਾ ਜੀ। ਹਾਂਜੀ, ਫਿਰ ਮੈਨੂੰ ਲੱਗਿਆ ਵੀ ਇੱਥੇ ਤਾਂ ਮੈਂ ਹੁਣ ਨਹੀਂ ਪਾਰਟਿਸਿਪੇਟ ਕਰ ਸਕਦੀ ਕਿਉਂਕਿ ਮੇਰੇ ਕੋਲ ਤਾਂ ਕੋਈ ਸਵੈ ਰਚਿਤ ਹੈ ਹੀ ਨਹੀਂ, ਮੈਂ ਤਾਂ ਲਿਖਿਆ ਹੀ ਨਹੀਂ ਹੈ। ਫਿਰ ਮੈਡਮ ਨੇ ਮੈਨੂੰ ਬੁਲਾਇਆ ਸੀਗਾ ਕਿ ਤੁਹਾਡਾ ਨਾਂ ਨਹੀਂ ਆਇਆ ਹਾਲੇ ਤੱਕ, ਤੇ ਮੈਂ ਕਿਹਾ ਮੈਡਮ ਮੇਰੇ ਕੋਲ ਕੋਈ ਰਚਨਾ ਨਹੀਂ ਹੈਗੀ ਹੈ। ਤੇ ਕਹਿੰਦੇ ਪਰ ਤੁਸੀਂ ਲਿਖ ਸਕਦੇ ਹੋ। ਤੇ ਮੈਂ ਘਰ ਵਿੱਚ ਗੱਲ ਕੀਤੀ ਵੀ ਸਾਡੇ ਮੈਡਮ ਕਹਿੰਦੇ ਆ ਵੀ ਆਪਣੀ ਕਵਿਤਾ ਲਿਖ ਕੇ ਲਿਆਓ, ਤੇ ਮੈਨੂੰ ਤੇ ਆਂਦੀ ਨਹੀਂ ਕਿੱਦਾਂ ਕਰਨੀ ਹੈ। ਫਿਰ ਉਹਨਾਂ ਨੇ ਮੈਨੂੰ ਗਾਈਡ ਕੀਤਾ। ਅੱਛਾ ਜੀ। ਹਾਂ ਵੀ ਇੱਦਾਂ ਲਿਖ ਸਕਦੇ ਹੋ, ਇਸ ਵਿਸ਼ਾ ਤੇ ਲਿਖ ਸਕਦੇ ਹੋ, ਤੇ ਉਹਨਾਂ ਦੀ ਹੈਲਪ ਨਾਲ ਫਿਰ ਇੱਕ ਕਵਿਤਾ ਮੈਂ ਲਿਖੀ ਸੀਗੀ। ਕਿਹੜੇ ਵਿਸ਼ੇ ਤੇ ਲਿਖੀ ਸੀ ਉਹ ਕਵਿਤਾ? ਮੈਂ ਅਸੀਂ ਦੇਸ਼ ਦੇ ਭਾਰਤ ਦੇਸ਼ ਦੇ ਉੱਪਰ ਲਿਖੀ ਸੀ। ਹਾਂ, ਭਾਰਤ ਦੇਸ਼ ਮਹਾਨ ਤੇ। ਹਾਂਜੀ। ਹੁਣ ਜੇਕਰ ਮੈਂ ਤੁਹਾਡੇ ਤੋਂ ਕਵਿਤਾ ਨਾ ਸੁਣਾ ਨਾ, ਫਿਰ ਕਿਤੇ ਨਾ ਕਿਤੇ ਦਰਸ਼ਕ ਵੀ ਕਹਿਣਗੇ ਕਿ ਮੈਡਮ ਤੋਂ ਕਵਿਤਾ ਹੋ ਜਾਂਦੀ ਇਸ ਸਮੇਂ ਦਾ ਬਹੁਤ ਵਧੀਆ ਹੋ ਜਾਂਦਾ। ਸੋ ਪਲੀਜ਼ ਮੈਮ 2 ਲਾਈਨਾਂ ਕਵਿਤਾ ਦੀਆਂ। ਹਾਂਜੀ, एक मेरी छोटी जी कविता है, आओ मिल बैठे जी। बस करें अब बहुत हो गया, आओ सब मिल बैठे हम। बस करें अब बहुत हो गया, आओ सब मिल बैठे हम। कालिए नाग का मर्दन करके कलुष हृदय का हर ले हम। क्या बात है। हाथ से हाथ मिलाते हैं हम, हाथ से हाथ मिलाते हैं हम, दिल से धड़कन जोड़े हम। कान्हा की बंसी की धुन में महारास में झूमे हम। क्योंकि अस्त्रों के टकराने से जीवन लाशों को ढोता है। अस्त्रों के टकराने से जीवन लाशों को ढोता है। पानी होता है लाल और इतिहास भी सदियों रोता है, और इतिहास भी सदियों रोता है। बस करो, बस करें अब बहुत हो गया, आओ सब मिल बैठे हम, आओ सब मिल बैठे हम। क्या बात है। ਬਹੁਤ ਖੂਬ, ਬਹੁਤ ਧੰਨਵਾਦ, ਬਹੁਤ ਧੰਨਵਾਦ ਜੀ, ਸੋਹਣੀ। ਧੰਨਵਾਦ। ਔਰ ਇਹੋ ਜਿਹੀ ਕਵਿਤਾ ਜਿਹੜੀ ਪਤਾ ਨਹੀਂ ਸਾਨੂੰ ਕਿੰਨਾ ਕੁ ਸੰਦੇਸ਼ ਦੇ ਰਹੀ ਹੈ ਨਾ। ਅਸੀਂ ਆਪਣੇ ਦੇਸ਼ ਦੇ ਲਈ, ਆਪਣੇ ਆਪ ਦੇ ਲਈ ਕਿੰਨਾ ਕੁਝ ਕਰ ਜਾਈਏ। ਸੋ ਅਗਲੀ ਗੱਲਬਾਤ ਅਸੀਂ ਤੋੜਦੇ ਹਾਂ ਤੇ ਪੁੱਛਦੇ ਹਾਂ ਮੈਮ ਦੇ ਕੋਲੋਂ ਕਿ ਤੁਹਾਡਾ ਇੱਕ ਟੀਚਿੰਗ ਲਾਈਨ ਦੇ ਵਿੱਚ ਆਉਣਾ ਸ਼ੁਰੂ ਤੋਂ ਸੁਪਨਾ ਸੀ। ਹਾਂਜੀ। ਕਿਵੇਂ ਜੁਆਇਨ ਕੀਤੀ ਤੁਸੀਂ ਆਪਣੀ ਜੌਬ, ਔਰ ਪਹਿਲੀ ਜੌਬ ਕਿਹੜੀ ਸੀ, ਔਰ ਕੀ ਕੁਝ ਤੁਹਾਡੇ ਮਨ ਦੇ ਵਿੱਚ ਉਸ ਸਮੇਂ ਐਕਸਾਈਟਮੈਂਟ ਸੀ? ਔਰ ਨਾਲ ਦੀ ਨਾਲ ਇਹ ਵੀ ਦੱਸਣਾ ਕਿ ਚੈਲੰਜਸ ਵੀ ਆਉਂਦੇ ਨੇ, ਇਨਸਾਨ ਨੂੰ ਬਹੁਤ ਸਾਰੇ ਫੇਸ ਕਰਨੇ ਪੈਂਦੇ ਨੇ, ਸਾਨੂੰ ਮੁਸ਼ਕਿਲਾਂ ਵੀ ਆਉਂਦੀਆਂ ਨੇ। ਹਾਂਜੀ। ਉਹਨਾਂ ਮੁਸ਼ਕਿਲਾਂ ਤੋਂ ਉੱਪਰ ਉੱਠ ਕੇ ਹਾਂਜੀ ਆਪਣੇ ਆਪ ਨੂੰ ਇੱਕ ਤਿਆਰ ਕੀਤਾ, ਇੱਕ ਬਹੁਤ ਚੰਗੇ ਤਰੀਕੇ ਦੇ ਨਾਲ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਆਏ। ਜੀ ਹਾਂ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜ਼ਿੰਦਗੀ ਦਾ ਸਫ਼ਰ ਅਸੀਂ ਜਦੋਂ ਤੈਅ ਕਰਦੇ ਹਾਂ ਤੇ ਸਾਨੂੰ ਮੁਸ਼ਕਿਲਾਂ ਆਉਂਦੀਆਂ। ਹਾਂਜੀ ਹਾਂਜੀ, ਮੁਸ਼ਕਿਲਾਂ ਨੂੰ ਪਰ ਅਸੀਂ ਪਾਰ ਕਰਦੇ ਹੋਏ ਆਪਣੇ ਲਕਸ਼ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਜਦੋਂ ਮੈਂ MA ਕੀਤੀ, MA ਮੈਂ ਕਰ ਰਹੀ ਸੀ ਤਾਂ ਉਸੇ ਵੇਲੇ ਮੈਨੂੰ ਆਲ ਇੰਡੀਆ ਰੇਡੀਓ ਦੀ ਜੌਬ ਦੀ ਵੀ ਆਫਰ ਹੋਈ, ਮੇਰੀ ਸਿਲੈਕਸ਼ਨ ਵੀ ਹੋ ਗਈ ਸੀ। ਤੇ ਮੈਂ ਬਹੁਤ ਹੀ ਖੁਸ਼ ਸੀ ਤੇ ਮਤਲਬ ਫੁੱਲੀ ਨਹੀਂ ਸੀ ਸਮਾਰੀ ਕਿ ਬਈ ਮੈਂ ਇੰਨਾ ਵੱਡਾ ਟੀਚਾ ਹਾਸਲ ਕਰ ਲਿਆ। ਹਾਂਜੀ। ਤੇ ਪਰ ਸਾਡੇ ਪਿਤਾ ਜੀ ਉਹ ਕਹਿੰਦੇ ਨਹੀਂ ਬੇਟਾ, ਤੁਹਾਡਾ ਜਿਹੜਾ ਸੁਪਨਾ ਹੈਗਾ ਉਹ ਤਾਂ ਪ੍ਰੋਫੈਸਰ ਬਣਦਾ ਵੀ ਮੈਨੂੰ ਇੱਕ ਚੀਜ਼ ਮਿਲ ਰਹੀ ਹੈ। ਤੇ ਇਹ ਮੈਨੂੰ ਉਹਨਾਂ ਦੀ ਗੱਲ ਵੀ ਸਹੀ ਸੀ ਕਿਉਂਕਿ ਮੇਰੇ ਬਚਪਨ ਦਾ ਸੁਪਨਾ ਸੀਗਾ, ਪਰ ਉਹਨਾਂ ਨੇ ਜੀ ਮੈਨੂੰ ਨਹੀਂ ਜੁਆਇਨ ਕਰਨ ਦਿੱਤਾ। ਤੇ ਜੋ ਮੇਰਾ MA ਮਤਲਬ ਕੰਪਲੀਟ ਹੋਇਆ ਤੇ ਇੱਕ ਕਾਲਜ ਵਿੱਚ ਵੈਕੈਂਸੀ ਸੀਗੀ, ਉੱਥੇ ਮੈਂ ਫਿਰ ਕਿਹਾ, ਮੈਂ ਕਿਹਾ ਚਲੋ ਫਿਰ ਪਾਪਾ ਨਾਲ ਚਲੋ, ਕਿਉਂਕਿ ਉਹ ਦੂਸਰੇ ਸ਼ਹਿਰ ਵਿੱਚ ਸੀ। ਠੀਕ ਹੈ। ਤੇ ਉੱਥੇ ਜਦੋਂ ਅਸੀਂ ਗਏ ਤੇ 45ਵਾਂ ਨੰਬਰ ਮੇਰਾ ਸੀਗਾ। ਮੇਰਾ ਨੰਬਰ ਆਇਆ, ਸ਼ਾਮ ਹੋ ਗਈ ਸੀ ਕਿਉਂਕਿ ਕੈਂਡੀਡੇਟ ਬਹੁਤ ਸਾਰੇ ਸੀਗੇ। ਤੇ ਜਦੋਂ ਮੈਂ ਪੂਰੇ ਉਤਸ਼ਾਹ ਦੇ ਨਾਲ ਤੇ ਆਤਮ ਵਿਸ਼ਵਾਸ ਦੇ ਨਾਲ ਉੱਥੇ ਗਈ ਤੇ ਉੱਥੇ 4-5 ਪ੍ਰੋਫੈਸਰ ਬੈਠੇ ਸੀ ਜਿਹੜੇ ਐਕਸਪਰਟ ਸੀ, ਕਾਲਜ ਦੇ ਪ੍ਰਿੰਸੀਪਲ ਵੀ, ਮਤਲਬ ਬਹੁਤ ਵੱਡਾ ਇੱਕ ਪੈਨਲ ਸੀ, 7-8 ਬੰਦੇ ਬੈਠੇ ਸੀ। ਤੇ ਉੱਥੋਂ ਜਦੋਂ ਉਹਨਾਂ ਨੇ ਸਵਾਲ ਜਵਾਬ ਸ਼ੁਰੂ ਕੀਤੇ ਤੇ ਵੀ ਆਪਾਂ ਵੀ ਫਿਰ ਵਾਹਿਗੁਰੂ ਦੀ ਮਿਹਰ ਨਾਲ ਤੇ ਉਹਨਾਂ ਦੀ ਮਿਹਰ ਸੀ ਕਿ ਮੈਂ ਜਵਾਬ ਦਿੰਦੀ ਗਈ ਇੰਨਾ ਹੋ ਗਿਆ ਕਿ
ਕਿ ਬਈ ਉਹਨਾਂ ਤੋਂ ਮੈਂ ਕ੍ਰਾਸ ਕੁਐਸਚਨ ਸ਼ੁਰੂ ਕਰ ਦਿੱਤੇ ਵਾਹ ਵੀ ਜਿਸ ਤਰ੍ਹਾਂ ਹਾਂ, ਤੇ ਉਹ ਫਿਰ ਮਤਲਬ ਉਹ ਬੜੇ ਹੈਰਾਨ ਹੋਏ ਕਿ ਵੀ ਇਹੋ ਜਿਹਾ ਕੈਂਡੀਡੇਟ ਅਸੀਂ ਨਹੀਂ ਦੇਖਿਆ। ਹਾਂ, ਤੇ ਪਰ ਨਾ ਭੋਲਾਨਾਥ ਤਿਵਾਰੀ ਜੀ ਨੇ ਮੈਨੂੰ ਪੁੱਛਿਆ ਵੀ ਤੁਹਾਡਾ ਸਪੈਸ਼ਲ ਪੇਪਰ ਕਿਹੜਾ ਸੀ। ਅੱਛਾ ਜੀ। ਤੇ ਐਮਏ ਚ ਇੱਕ ਸਪੈਸ਼ਲ ਪੇਪਰ ਹੁੰਦਾ ਸੀ, ਠੀਕ ਹੈ, ਤੇ ਮੇਰਾ ਸਪੈਸ਼ਲ ਪੇਪਰ ਨਾਟਕ ਸੀ। ਓਕੇ। ਤੇ ਫਿਰ ਜਦ ਇੰਟਰਵਿਊ ਖਤਮ ਹੋ ਗਿਆ ਨਾ, ਉਹਨਾਂ ਨੇ ਮੈਨੂੰ ਫੇਰ ਦੁਬਾਰਾ ਬੁਲਾਇਆ ਵੀ ਇੱਕ ਵਾਰੀ ਮਤਲਬ ਦੁਬਾਰਾ ਸੈਟੀਸਫਾਈਡ ਹੋਣ ਵਾਸਤੇ। ਤੇ ਥੋੜੀ ਦੇਰ ਬਾਅਦ ਮੈਨੂੰ ਕਹਿੰਦੇ ਬੇਟਾ ਤੁਸੀਂ ਨਾ ਸਾਡੇ ਇੰਟਰਵਿਊ 'ਚ ਟੌਪ ਤੇ ਆ ਰਹੇ ਹੋ। ਮੇਰੇ ਪੈਰਾਂ ਥੱਲੇ ਜ਼ਮੀਨ ਵੀ ਆ ਗਈ। ਮੈਂ ਕਿੱਦਾਂ ਆ ਸਕਦੀ ਆ, ਪਰ ਅੰਦਰੋਂ ਥੋੜੀ ਖੁਸ਼ੀ ਜੀ ਵੀ ਹੋਈ। ਤੇ ਕਹਿੰਦੇ ਪਰ ਨਾ ਇੱਕ ਗੱਲ ਹੈ, ਤੁਹਾਡੇ 'ਚ ਇੱਕ ਕਮੀ ਹੈ। ਮੈਂ ਕਿਹਾ ਕੀ ਕਮੀ ਹੈ ਸਰ? ਕਹਿੰਦੇ ਅਸੀਂ ਤੁਹਾਡੇ ਕੋਲ ਪੁੱਛਿਆ ਸੀਗਾ ਵੀ ਤੁਹਾਡਾ ਸਪੈਸ਼ਲ ਪੇਪਰ ਕਿਹੜਾ ਹੈ, ਤੇ ਤੁਸੀਂ ਨਾਟਕ ਦੀ ਜਗ੍ਹਾ ਨਾ ਡਰਾਮਾ ਬੋਲਿਆ। ਅੱਛਾ ਜੀ। ਹਾਂ, ਤੇ ਕਿਉਂਕਿ ਹਿੰਦੀ ਦਾ ਸੀਗਾ। ਤੇ ਕਹਿੰਦੇ ਜਦੋਂ ਹਿੰਦੀ ਦਾ ਤੁਸੀਂ ਇੰਟਰਵਿਊ ਦੇਣ ਆਏ ਹੋ ਤੇ ਬਿਲਕੁਲ ਤੁਹਾਨੂੰ ਉਸੇ ਹਿੰਦੀ ਭਾਸ਼ਾ ਦਾ ਇਸਤੇਮਾਲ ਕਰਨੇ ਹੋਏ। ਪਰ ਇੱਕਦਮ ਮੈਂ ਸਪੌਂਟੇਨੀਅਸ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਸਰ ਤੁਸੀਂ ਸਵਾਲ ਦੇਖੋ ਕੀ ਪੁੱਛਿਆ, ਤੁਸੀਂ ਮੇਰੇ ਤੋਂ ਪੁੱਛਿਆ ਸਪੈਸ਼ਲ ਪੇਪਰ। ਤੇ ਜਦ ਤੁਸੀਂ ਸਪੈਸ਼ਲ ਪੇਪਰ ਪੁੱਛਿਆ ਤੇ ਮੈਂ ਵੀ ਇੰਗਲਿਸ਼ ਵਿੱਚ ਹੀ ਤੁਹਾਨੂੰ ਦੱਸਣਾ ਸੀਗਾ। ਉਹ ਬਹੁਤ ਹੱਸੇ। ਫਿਰ ਉਹਨਾਂ ਨੇ ਪੈਨਲ ਨੇ ਨਾ ਡਿਸਾਈਡ ਕਰ ਲਿਆ, ਕਿਉਂਕਿ ਉੱਥੇ 5 ਵੈਕੈਂਸੀਆਂ ਸੀ। ਠੀਕ ਹੈ। ਤੇ ਉਹ ਸ਼ਾਇਦ ਮੈਨੂੰ ਸੈਕਿੰਡ ਨੰਬਰ ਤੇ ਰੱਖ ਰਹੇ ਸੀ। ਸਾਡੇ ਇੱਕ ਭੋਲਾਨਾਥ ਤਿਵਾਰੀ ਜੀ ਹੁੰਦੇ ਸੀ, ਉਹਨਾਂ ਦੇ ਬੇਟੇ ਵੀ ਉਹ PhD ਬੜੇ ਹਾਈਲੀ ਮਤਲਬ ਲਰਨਡ ਬੰਦੇ ਸੀਗੇ, ਉਹ ਵੀ ਉੱਥੇ ਇੰਟਰਵਿਊ ਦੇ ਰਹੇ ਸੀ। ਤੇ ਉਹਨਾਂ ਨੇ ਫਿਰ ਜਦ ਮੇਰਾ ਜਵਾਬ ਸੁਣਿਆ ਤੇ ਉੱਥੇ ਉਹਨਾਂ ਨੇ ਨਾ ਵੀ ਟੌਪ ਤੇ ਮੈਨੂੰ ਲੈ ਲਿਆ। ਤੇ ਫਿਰ ਉਹ ਕਹਿੰਦੇ ਹਾਲੇ ਅਸੀਂ ਰਿਜ਼ਲਟ ਕਿਸੇ ਨੂੰ ਨਹੀਂ ਦੱਸਦੇ, ਪਰ ਅਸੀਂ ਤੁਹਾਨੂੰ ਇੰਨਾ ਦੱਸ ਰਹੇ ਹਾਂ ਕਿ ਯੂ ਆਰ ਇਨ ਵੀ ਇਹਦੇ ਵਿੱਚ। ਤੇ ਮੇਰੀ ਤਾਂ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ। ਮੈਂ ਕਨੂਪ੍ਰਿਆ, ਡਾਕਟਰ ਨੀਲਮ ਜੁਲਕਾ ਜੀ ਦੀ ਡਾਟਰ। ਸੋ ਮੈਂ ਆਪਣੇ ਮਮ ਬਾਰੇ ਕੀ ਕਹਾਂ, ਸ਼ੀ ਇਜ਼ ਅ ਮੋਟੀਵੇਸ਼ਨ ਫॉर एवरीवन। ਮੇਰੇ ਲਈ ਨਹੀਂ, ਹਰ ਬੱਚਾ ਮੈਨੂੰ ਲੱਗਦਾ ਜਿਹੜਾ ਵੀ ਉਹਨਾਂ ਦੇ ਸੰਪਰਕ ਚ ਆਇਆ, ਐਵਰੀਬਡੀ ਸੋ ਰਿਗਾਰਡ ਹਰ ਸੋ ਵੈਲ। ਸ਼ੀ ਇਜ਼ ਅ ਰੋਲ ਮਾਡਲ ਫॉर मी। ਡਾਕਟਰ ਨੀਲਮ ਜੀ ਨੇ ਦੱਸਿਆ ਕਿ ਉਹਨਾਂ ਨੇ ਕਿਸ ਤਰ੍ਹਾਂ ਆਪਣੀ ਇਹ ਪਹਿਲੀ ਜੌਬ ਹਾਸਿਲ ਕੀਤੀ, ਕਿ ਕੁਝ ਚੈਲੰਜ ਆਏ ਤੇ ਉਹਨਾਂ ਚੈਲੰਜ ਦੇ ਵਿੱਚੋਂ ਕਿੱਦਾਂ ਉਹ ਜ਼ਿੰਦਾ ਦਿਲੀ ਦੇ ਨਾਲ ਅੱਗੇ ਵਧੇ। ਤੇ ਮੈਮ ਤੋਂ ਹੁਣ ਜਾਣ ਲੈਂਦੇ ਹਾਂ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਨੇ। ਹਾਂਜੀ, ਸਾਡਾ ਪਰਿਵਾਰ ਜਿਹੜਾ ਹੈ ਇੱਕ ਸਾਂਝਾ ਪਰਿਵਾਰ ਹੈ, ਤੇ ਉਹਦੇ ਵਿੱਚ ਸਾਡੇ ਪਰਿਵਾਰ ਆਪਣੇ ਬੱਚਿਆਂ ਤੋਂ ਇਲਾਵਾ ਸਾਡੇ ਮਦਰ ਇਨ ਲਾ ਸਾਡੇ ਨਾਲ ਨੇ, ਤੇ ਮੇਰੇ ਨਨਾਣ ਵੀ ਇੱਥੇ ਹੀ ਰਹਿੰਦੇ ਨੇ, ਮੇਰੇ ਜੇਠ ਸਾਹਿਬ ਵੀ ਇੱਥੇ ਰਹਿੰਦੇ, ਤੇ ਉਹਨਾਂ ਦੇ ਬੱਚੇ ਵੀ ਘਰ ਦੇ ਵਿੱਚ ਆਉਂਦੇ ਜਾਂਦੇ ਆ, ਮਤਲਬ ਉਹ ਵੀ ਸਾਡੇ ਨਾਲ ਹੀ ਇੱਕ ਦੂਜੇ ਨਾਲ ਸਮਾਂ ਬਿਤਾਉਂਦੇ ਹੈ। ਤੇ ਇਸ ਕਰਕੇ ਇੱਕ ਬਹੁਤ ਅੱਛਾ ਪਰਿਵਾਰ ਹੈ। ਨੈਸ਼ਨਲ ਤੇ ਇੰਟਰਨੈਸ਼ਨਲ ਅਵਾਰਡ ਦੇ ਨਾਲ ਸਨਮਾਨਿਤ ਡਾਕਟਰ ਨੀਲਮ ਜੁਲਕਾ ਜੀ, ਜਾਂਦੇ ਹੋਏ ਤੁਹਾਡੇ ਕੋਲ ਜ਼ਰੂਰ ਇੱਕ ਸੁਨੇਹਾ ਲੈਣਾ ਹੈ ਕਿ ਜਿੰਨੇ ਸਾਰੇ ਲੋਕ ਦੇਖ ਰਹੇ ਨੇ, ਦਰਸ਼ਕ ਦੇਖ ਰਹੇ ਨੇ, ਕੀ ਸੁਨੇਹਾ ਦੇਣਾ ਚਾਹੁੰਦੇ ਹੋ ਆਪਣੇ ਲਾਈਫ ਦੇ ਐਕਸਪੀਰੀਅੰਸ ਤੋਂ? ਹਾਂਜੀ, ਮੈਂ ਆਪਣੀ ਯੁਵਾ ਪੀੜ੍ਹੀ ਨੂੰ ਇਹ ਸੁਨੇਹਾ ਦੇਣਾ ਚਾਹਾਂਗੀ ਕਿ ਚਾਹੇ ਅਸੀਂ ਵਿਸ਼ਵੀਕਰਨ ਦੇ ਯੁੱਗ ਵਿੱਚ ਰਹਿੰਦੇ ਹਾਂ, ਤੇ ਲੇਕਿਨ ਸਾਨੂੰ ਆਪਣੇ ਸੱਭਿਆਚਾਰ ਨਾਲ ਵੀ ਜੁੜੇ ਰਹਿਣਾ ਚਾਹੀਦਾ, ਉਹਨੂੰ ਨਹੀਂ ਭੁਲਾਉਣਾ ਚਾਹੀਦਾ। ਭੌਤਿਕ ਉન્નਤੀ ਦੇ ਨਾਲ ਸਾਡੀ ਆਪਣੀ ਉન્નਤੀ ਵੀ ਬਹੁਤ ਜ਼ਰੂਰੀ ਹੈ। ਤੇ ਜਿਹੜੇ ਸਾਡੇ ਬਜ਼ੁਰਗ ਬੰਦੇ ਹੋ ਗਏ ਨੇ, ਜਿਹੜੇ ਰਿਟਾਇਰ ਹੋ ਗਏ ਨੇ, ਉਹ ਵੀ ਆਪਣੇ ਜੀਵਨ ਨੂੰ ਸਵਸਥ ਰੱਖਣ ਵਾਸਤੇ ਜਿਸ ਤਰ੍ਹਾਂ ਕਹਿੰਦੇ ਆ ਯੋਗਾ ਦਾ ਸਹਾਰਾ ਲੈਣ, ਕਈ ਐਕਟੀਵਿਟੀਜ਼ ਦੇ ਨਾਲ ਜੁੜਨ, ਬਿਜ਼ੀ ਰੱਖਣ ਆਪਣੇ ਆਪ ਨੂੰ, ਤੇ ਉਹ ਵੀ ਸਮਾਜ ਲਈ ਕਈ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ, ਤਾਂ ਕਿ ਸਮਾਜ ਦਾ ਵੀ ਫਾਇਦਾ ਹੋ ਸਕੇ ਤੇ ਉਹਨਾਂ ਨੂੰ ਵੀ ਇੱਕ ਨਵੀਂ ਦਿਸ਼ਾ ਮਿਲਦੀ ਰਹੇ। ਕਿਆ ਬਾਤ ਹੈ, ਬਹੁਤ ਹੀ ਸੋਹਣੇ ਸੁਨੇਹੇ ਦੇ ਨਾਲ ਇੱਥੇ ਹੀ ਅਸੀਂ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਤੁਸੀਂ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣੇ, ਤੁਹਾਡਾ ਬਹੁਤ ਸ਼ੁਕਰੀਆ, ਧੰਨਵਾਦ। ਧੰਨਵਾਦ।